ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ। ਅੱਜ ਆਪਾਂ BA ਸਮੈਸਟਰ 3 ਸੋਸ਼ੀਓਲੋਜੀ ਸਟਾਰਟ ਕਰ ਰਹੇ ਹਾਂ। ਸੋਸ਼ੀਓਲੋਜੀ ਦੇ ਵਿੱਚ ਆਪਾਂ ਅੱਜ ਚੈਪਟਰ ਜਿਹੜਾ ਸਟਾਰਟ ਕਰ ਰਹੇ ਹਾਂ ਉਹ ਹੈ ਸਮਾਜਿਕ ਸਤਰੀਕਰਨ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ। ਸਮਾਜ ਦੇ ਵਿੱਚ ਸਤਰੀਕਰਨ ਪਾਇਆ ਜਾਂਦਾ ਹੈ, ਕੋਈ ਲੋ ਕੋਈ ਹਾਈ, ਹੈ ਨਾ। ਸੋ ਇਸ ਨੂੰ ਆਪਾਂ ਸਤਰੀਕਰਨ ਕਹਿੰਦੇ ਹਾਂ। ਇੱਕ ਲੇਅਰਸ ਬਣੀਆਂ ਹੋਈਆਂ ਹੁੰਦੀਆਂ, ਠੀਕ ਹੈ। ਸਮਾਜ ਦੇ ਵਿੱਚ ਵੀ ਨੇ ਕਿ ਸਭ ਤੋਂ ਉੱਪਰ ਕਿਹੜੀ ਜਾਤ ਹੈ, ਨੀਚੇ ਕਿਹੜੀ ਜਾਤ ਹੈ। ਤਾਂ ਜਾਤ ਦੀ ਵਿਵਸਥਾ ਦੇ ਅਕੋਰਡਿੰਗ ਆਪਣੇ ਸਮਾਜ ਵਿੱਚ ਸਤਰੀਕਰਨ ਭਾਰਤ ਦੇ ਵਿੱਚ ਹੀ ਇਕੱਲਾ ਪਾਇਆ ਜਾਂਦਾ ਹੈ। ਬਾਕੀ ਸਾਰੀਆਂ ਕੰਟਰੀਜ਼ ਦੇ ਵਿੱਚ ਜਿਹੜਾ ਹੈਗਾ ਕਲਾਸ ਚੱਲਦੀ ਹੈ, ਸ਼੍ਰੇਣੀ ਚੱਲਦੀ ਹੈ, ਲਾਈਕ ਮਿਡਲ ਕਲਾਸ, ਹੈ ਨਾ। ਸਭ ਤੋਂ ਪਹਿਲਾਂ ਅਪਰ ਕਲਾਸ, ਫਿਰ ਮਿਡਲ ਕਲਾਸ, ਫਿਰ ਲੋਅਰ ਕਲਾਸ। ਲੇਕਿਨ ਅਗਰ ਆਪਾਂ ਗੱਲ ਕਰੀਏ ਇੰਡੀਅਨ ਸੁਸਾਇਟੀ ਦੀ, ਭਾਰਤੀ ਸਮਾਜ ਦੀ, ਤਾਂ ਇੱਥੇ ਜਿਹੜਾ ਹੈਗਾ ਜਾਤ ਦੇ ਅਕੋਰਡਿੰਗ ਸਤਰੀਕਰਨ ਕੀਤਾ ਜਾਂਦਾ। ਹੁਣ ਇਹ ਥੋੜੀ ਜੀ ਰਿਜਿਡਿਟੀ ਜਿਹੜੀ ਹੈਗੀ ਹੈ ਘਟ ਗਈ ਹੈ, ਲੇਕਿਨ ਫਿਰ ਵੀ ਜਿਹੜਾ ਹੈ ਸਮਾਜ ਦੇ ਵਿੱਚ ਸਤਰੀਕਰਨ ਪਾਇਆ ਜਾਂਦਾ। ਸੋ ਇਸੇ ਦਾ ਆਪਾਂ ਜ਼ਿਕਰ ਕਰਾਂਗੇ। ਸਤਰੀਕਰਨ ਨੂੰ ਇੱਕ ਆਪਾਂ ਅਗਰ ਆਸਾਨ ਜਿਹੇ ਸ਼ਬਦਾਂ 'ਚ ਸਮਝੀਏ ਤਾਂ ਜਿਵੇਂ ਲਾਈਕ ਸਭ ਤੋਂ ਪਹਿਲਾਂ ਬੇਸ ਹੁੰਦਾ ਕੇਕ ਦਾ, ਉਸ ਤੋਂ ਬਾਅਦ ਕਰੀਮ ਹੁੰਦੀ ਹੈ, ਫਿਰ ਜਿਹੜਾ ਹੈਗਾ ਬ੍ਰੈਡ, ਫਿਰ ਕਰੀਮ ਹੋ ਗਈ, ਫਿਰ ਬ੍ਰੈਡ, ਫਿਰ ਕਰੀਮ, ਠੀਕ ਹੈ। ਸੋ ਇੱਦਾਂ ਜਿਹੜਾ ਹੈਗਾ ਕੇਕ ਦੀ ਲੇਅਰਿੰਗ ਕੀਤੀ ਜਾਂਦੀ ਆ। ਸੋ ਕੇਕ ਦੀ ਲੇਅਰਿੰਗ ਦੇ ਅਕੋਰਡਿੰਗ ਹੀ ਆਪਾਂ ਲਗਾ ਸਕਦੇ ਕਿ ਜਿੱਦਾਂ ਜਿਹੜਾ ਹੈਗਾ ਸਭ ਤੋਂ ਉੱਪਰ ਜਿਹੜੀ ਹੈਗੀ ਹੈ ਲੇਅਰ ਹੁੰਦੀ ਹੈ ਨਾ, ਆਪਾਂ ਉਹਨੂੰ ਜ਼ਿਆਦਾ ਪ੍ਰੈਫਰੈਂਸ ਕਰਦੇ ਹਾਂ। ਤਾਂ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ। ਬ੍ਰਾਹਮਣ ਹੋ ਗਏ, ਖੱਤਰੀ ਹੋ ਗਏ, ਵੈਸ਼ ਹੋ ਗਏ, ਸ਼ੂਦਰ ਹੋ ਗਏ। ਆਪਣੇ ਭਾਰਤੀ ਸਮਾਜ ਵਿੱਚ ਪਹਿਲਾਂ ਰਿਗਵੈਦਿਕ ਕਾਲ ਤੋਂ ਬਾਅਦ ਦੇ ਵਿੱਚ ਇਵੇਂ ਦਾ ਸਤਰੀਕਰਨ ਪਾਇਆ ਜਾਂਦਾ ਹੈ, ਠੀਕ ਹੈ। ਬਹੁਤ ਹੀ ਜ਼ਿਆਦਾ ਰਿਜਿਡਿਟੀ ਹੈ, ਬੜਾ ਕਠੋਰਪਣ ਹੈ। ਲੇਕਿਨ ਆਪਾਂ ਅਗਰ ਗੱਲ ਕਰੀਏ ਤਾਂ ਹੁਣ ਇਹ ਰਿਜਿਡਿਟੀ ਘਟ ਗਈ ਹੈ। ਹੁਣ ਜਿਹੜੀ ਹੈ ਅਪਰ ਕਲਾਸ, ਮਿਡਲ ਕਲਾਸ ਤੇ ਲੋਅਰ ਕਲਾਸ ਤੇ ਆਪਾਂ ਆ ਗਈਆਂ। ਹੁਣ ਅਗਰ ਕੋਈ ਗਰੀਬ ਬੰਦਾ ਹੈ ਤਾਂ ਉਹ ਸਖਤ ਮਿਹਨਤ ਕਰਕੇ ਮਿਡਲ ਕਲਾਸ, ਫਿਰ ਉਸ ਤੋਂ ਬਾਅਦ 'ਚ ਜਿਹੜੀ ਹੈ ਅਪਰ ਕਲਾਸ ਮਤਲਬ ਉੱਚ ਵਰਗ ਹਾਸਲ ਕਰ ਸਕਦਾ ਹੈ, ਠੀਕ ਹੈ। ਹੁਣ ਐਦਾਂ ਨਹੀਂ ਹੈਗਾ ਕਿ ਆਪਾਂ ਇੱਥੇ ਤੋਂ ਇੱਥੇ ਜੰਪ ਨਹੀਂ ਕਰ ਸਕਦੇ ਜਾਂ ਇੱਥੇ ਤੋਂ ਇੱਥੇ ਡਾਊਨਫੋਲ ਨਹੀਂ ਆਪਣੀ ਹੋ ਸਕਦੀ। ਹੋ ਸਕਦਾ ਹੈ। ਪਹਿਲਾਂ ਕੀ ਹੁੰਦਾ ਸੀਗਾ ਕਿ ਆਪਾਂ ਜਿਹੜੇ ਸੀਗੇ ਬ੍ਰਾਹਮਣ ਪੁਜਾਰੀ ਹੁੰਦੇ ਸੀ, ਪੂਜਾ ਪਾਠ ਕਰਨ ਦਾ ਕੰਮ, ਪੜ੍ਹਨ ਪੜ੍ਹਾਉਣ ਦਾ ਕੰਮ। ਖੱਤਰੀ ਜਿਹੜੇ ਸੀ ਰਾਜਾ ਰਾਣੀਆਂ ਹੁੰਦੇ ਸੀਗੇ, ਰਾਜਕੁਮਾਰ ਹੁੰਦੇ ਸੀ, ਯੁੱਧ ਵਿੱਚ ਲੜਨਾ, ਠੀਕ ਹੈ। ਸੋ ਇੱਦਾਂ ਦਾ ਕੰਮ ਇਹ ਕਰਦੇ ਸੀ। ਵੈਸ਼ ਜਿਹੜੇ ਸੀਗੇ ਵਪਾਰੀ ਵਰਗ ਹੋ ਗਿਆ, ਕਿਸਾਨ ਵਰਗ ਹੋ ਗਿਆ, ਠੀਕ ਹੈ, ਅਨਾਜ ਪੈਦਾ ਕਰਨਾ, ਇਹ ਕੰਮ ਕਰਦੇ ਸੀ। ਸ਼ੂਦਰਾ ਜਿਹੜੇ ਸੀਗੇ ਇਹ ਤਿੰਨੇ ਜਾਤਾਂ ਦੀ ਉੱਪਰ ਲਿਆਉਣ ਦੀ ਸੇਵਾ ਕਰਦੇ ਹੁੰਦੇ ਸੀ। ਸੋ ਐਵੇਂ ਦਾ ਸਤਰੀਕਰਨ ਪਾਇਆ ਜਾਂਦਾ ਸੀ। ਸੋ ਭਾਰਤੀ ਸਮਾਜ ਦੇ ਵਿੱਚ ਵੀ ਸਤਰੀਕਰਨ ਹੈ, ਹੋਰ ਸਮਾਜਾਂ ਦੇ ਵਿੱਚ ਵੀ ਸਤਰੀਕਰਨ ਪਾਇਆ ਜਾਂਦਾ ਹੈ। ਆਪਣਾ ਜਿਹੜਾ ਪ੍ਰੈਜ਼ੈਂਟ ਕੁਐਸਚਨ ਹੈ ਉਹ ਇਸ ਦੇ ਉੱਤੇ ਹੀ ਡਿਪੈਂਡ ਹੈ। ਸੋ ਦੋਸਤੋ ਚੈਨਲ ਨੂੰ ਸ਼ੇਅਰ ਜ਼ਰੂਰ ਕਰਿਓ ਨੀਡੀ ਪਰਸਨ ਦੇ ਨਾਲ, ਤਾਂ ਕਿ ਕੋਈ ਵੀ ਨੀਡੀ ਪਰਸਨ ਹੈ ਉਸ ਤੱਕ ਮੇਰੀ ਵੀਡੀਓ ਪਹੁੰਚਦੀ ਹੋਵੇ ਤੇ ਨਾਲ ਹੀ ਮੈਨੂੰ ਮੋਟੀਵੇਸ਼ਨ ਮਿਲੇ। ਤਾਂ ਹੀ ਮੈਂ ਜਲਦੀ ਵੀਡੀਓਜ਼ ਲੈ ਕੇ ਆਉਂਦੀ ਰਵਾਂਗੀ। 1 ਬਾਏ 1 ਆਪਾਂ ਟੌਪਿਕਸ ਨੂੰ ਕਵਰ ਕਰ ਰਹੇ ਹਾਂ। BSM 1, 3, 5 ਦਾ ਬਹੁਤ ਸਾਰਾ ਕੰਟੈਂਟ ਮੇਰੇ ਚੈਨਲ ਤੇ ਅਵੇਲੇਬਲ ਆ। ਸੋ ਗੱਲ ਕਰੀਏ ਆਪਣੇ ਕੁਐਸਚਨ ਦੀ ਤਾਂ ਫਰਸਟ ਕੁਐਸਚਨ, ਇੰਪੋਰਟੈਂਟ ਕੁਐਸਚਨ ਇਹੀ ਹੈ, ਪੇਪਰ ਦੇ ਵਿੱਚ ਵੀ ਆਉਂਦਾ ਹੁੰਦਾ ਹੈ ਕਿ ਸਮਾਜਿਕ ਸਤਰੀਕਰਨ ਕੀ ਹੈ, ਇਹਦੀਆਂ ਵਿਸ਼ੇਸ਼ਤਾਵਾਂ ਲਿਖੋ। ਤਾਂ ਆਦਿਮ ਸਮਾਜ ਯਾਨੀ ਕਿ ਪੁਰਾਣੇ ਸਮਾਜ ਤੋਂ ਹੀ ਜਿਹੜਾ ਹੈ ਮਨੁੱਖ ਆਪਣੇ ਸਮਾਜ ਨੂੰ ਸਮਾਨਤਾ ਦੇ ਆਧਾਰ ਤੇ, ਇਕੁਐਲਿਟੀ, ਠੀਕ ਹੈ, ਕਿ ਸਾਰੇ ਬਰਾਬਰ ਹੋਣ ਤੇ ਕੋਈ ਵੀ ਉੱਚ ਵਰਗ ਜਿਹੜਾ ਹੈ ਇੱਥੇ ਨਾ ਹੋਵੇ, ਵੀ ਕੋਈ ਉੱਚ ਹੈ ਕੋਈ ਨੀਚਾ, ਐਸਾ ਕੁਝ ਨਾ ਹੋਵੇ। ਤਾਂ ਸਾਰੇ ਜਿਹੜੇ ਹੈਗੇ ਈਕੁਅਲ ਹੋਣ। ਤਾਂ ਹਮੇਸ਼ਾ ਮਨੁੱਖ ਕਹਿੰਦਾ ਕਿ ਸਭ ਨੂੰ ਈਕੁਅਲ ਰਾਈਟਸ ਮਿਲਣ, ਈਕੁਅਲ ਚੀਜ਼ਾਂ ਮਿਲਣ। ਲੇਕਿਨ ਸਮਾਜ ਜਿਹੜਾ ਹੈ ਇਹਦੇ ਵਿੱਚ ਕੀ ਹੈ, ਊਚ ਨੀਚ ਪਾਇਆ ਜਾਂਦਾ ਹੈ, ਜ਼ਿਗਜ਼ੈਗ ਫਾਰਮ ਦੇ ਵਿੱਚ ਹੈ ਇਹ, ਕੋਈ ਉੱਚਾ ਕੋਈ ਨੀਵਾਂ, ਠੀਕ ਹੈ। ਤਾਂ ਸ਼ੁਰੂ ਤੋਂ ਆਪਣੀ ਕੋਸ਼ਿਸ਼ ਇਹੀ ਰਹੀ ਕਿ ਅਸੀਂ ਸਾਰੇ ਬਰਾਬਰ ਹੋਈਏ। ਤਾਂ ਸਮਾਨਤਾ ਦਾ ਆਧਾਰਿਤ ਤੇ ਅਗਰ ਆਪਾਂ ਗੱਲ ਕਰੀਏ ਤਾਂ ਸਮਾਨ ਸਮਾਜ ਤਾਂ ਉਹ ਹੋ ਗਿਆ ਜਿਹ 'ਚ ਕੋਈ ਵਰਗ ਨਹੀਂ, ਜਿਹ 'ਚ ਕੋਈ ਸ਼੍ਰੇਣੀ ਨਹੀਂ, ਸਾਰਿਆਂ ਦੀ ਸਥਿਤੀ ਬਰਾਬਰ ਹੈ, ਸਾਰਿਆਂ ਨੂੰ ਬਰਾਬਰ ਸੁਵਿਧਾਵਾਂ ਨੇ, ਨਾ ਹੀ ਕੋਈ ਊਚ ਨੀਚ ਹੈ। ਪਰ ਇਹੋ ਜਿਹਾ ਸਮਾਜ ਤਾਂ ਕੋਈ ਵੀ ਨਹੀਂ ਹੈ। ਅਗਰ ਆਪਾਂ ਬਾਹਰਲੀ ਕੰਟਰੀਜ਼ ਦੀ ਗੱਲ ਕਰੀਏ, ਬਹੁਤ ਸਾਰੇ ਅਪਰ ਕਲਾਸ ਦੇ ਮਤਲਬ ਜਿਨ੍ਹਾਂ ਕੋਲੇ ਪੈਸਾ ਬਹੁਤ ਹੈ, ਰਿਚ ਪੀਪਲ ਹੈ, ਮਿਡਲ ਕਲਾਸ ਵਾਲੇ ਵੀ ਹੈ ਅਤੇ ਲੋਅਰ ਬਿਲੋ ਪਾਵਰਟੀ ਲਾਈਨ ਵੀ ਹੈ। ਤਾਂ ਇਹ ਸਾਰੇ ਸਮਾਜਾਂ 'ਚ ਪਾ ਜਾਂਦਾ। ਇੱਦਾਂ ਤਾਂ ਹੈ ਨਹੀਂ ਕਿ ਆਪਾਂ ਅਗਰ ਗੱਲ ਕਰੀਏ ਕਿ ਕੋਈ ਵੀ ਆਪਾਂ ਸਮਾਜ ਲੈ ਲਓ, ਲਾਈਕ ਅਮਰੀਕਾ ਦੀ ਸੁਸਾਇਟੀ, ਅਮਰੀਕਾ ਦਾ ਸਮਾਜ ਲੈਂਦੇ ਤਾਂ ਉੱਥੇ ਅਗਰ ਆਪਾਂ ਗੱਲ ਕਰੀਏ ਉੱਥੇ ਵੀ ਅਮੀਰ ਵੀ ਹੈ, ਮੱਧ ਵਰਗ ਵੀ ਹੈ, ਗਰੀਬ ਵੀ ਹੈ ਨਾ। ਐ ਤਾਂ ਹੈ ਨਹੀਂ ਕਿ ਸਾਰੇ ਅਮੀਰ ਨੇ ਜਾਂ ਸਾਰੇ ਗਰੀਬ ਨੇ ਜਾਂ ਸਾਰੇ ਮੱਧ ਵਰਗੀ ਨੇ। ਸੋ ਇਹ ਸਮਾਜਾਂ ਦੇ ਵਿੱਚ ਜਿਹੜਾ ਊਚ ਨੀਚ ਹੈ ਪਾਇਆ ਜਾਂਦਾ ਹੈ। ਕੋਈ ਵੀ ਐਸਾ ਸਮਾਜ ਨਹੀਂ ਜਿਹਦੇ ਵਿੱਚ ਊਚ ਨੀਚ ਨਾ ਪਾਇਆ ਜਾਵੇ, ਕੋਈ ਵਰਗ ਨਾ ਪਾਇਆ ਜਾਵੇ ਅਤੇ ਸਤਰੀਕਰਨ ਨਾ ਪਾਇਆ ਜਾਵੇ। ਸਤਰੀਕਰਨ ਹੋਣੇ ਕੀ ਹੈ ਨਾ ਕਿ ਕੁਝ ਜਿਹੜੇ ਹੈਗੇ ਨੇ ਉਹ ਟੌਪ ਦੇ ਉੱਤੇ ਨੇ, ਕੁਝ ਜਿਹੜੇ ਨੇ ਉਹ ਬੋਟਮ ਦੇ ਉੱਤੇ ਨੇ, ਠੀਕ ਹੈ, ਲੋਅਰ ਲੈਵਲ ਦੇ ਉੱਤੇ। ਤਾਂ ਇਹਨੂੰ ਆਪਾਂ ਸਤਰੀਕਰਨ ਕਹਿੰਦੇ ਆ। ਜਦੋਂ ਤੈਹਾਂ, ਸਤਰਾਂ ਦਾ ਮਤਲਬ ਹੁੰਦਾ ਤੈਹਾਂ, ਕਿਸੇ ਚੀਜ਼ ਦੀਆਂ ਤੈਹਾਂ ਮਿਲਣ, ਸਮਾਜ ਦੇ ਵਿੱਚ ਤੈਹਾਂ ਮਿਲਣ, ਉੱਪਰਲੇ 'ਚ ਕਰੀਮੀ ਵਰਗ ਆ ਜਾਵੇ, ਨੀਚਲੇ 'ਚ ਜਿਹੜੇ ਹੈਗੇ ਬਹੁਤ ਡਾਊਨਫੋਲ ਵਾਲੇ ਜਿਹੜੇ ਗਰੀਬ ਲੋਕ ਹੈ ਉਹ ਆਣ। ਤਾਂ ਪੁਰਾਣੇ ਸਮਾਜਾਂ ਦੇ ਵਿੱਚ ਜਿਹੜਾ ਹੈਗਾ
ਸਤਰੀਕਰਨ ਕਿੱਦਾਂ ਹੁੰਦਾ ਸੀ? ਉਮਰ ਦੇ ਅਕੋਰਡਿੰਗ, ਲਿੰਗ ਦੇ, ਜੈਂਡਰ ਦੇ ਅਕੋਰਡਿੰਗ, ਮੁਖੀਏ ਦੇ ਐਕਸਪੀਰੀਅੰਸ ਦੇ ਅਕੋਰਡਿੰਗ ਊਚ ਨੀਚ ਦੇਖਣ ਨੂੰ ਮਿਲਦੀ ਸੀ। ਫਿਰ ਥੋੜੀ ਜੀ ਜਟਿਲਤਾ ਆਈ। ਜਿਹੜਾ ਉੱਤਰ ਵੈਦਿਕ ਕਾਲ ਸੀ ਉਹਦੇ ਵਿੱਚ ਇੰਨੀ ਜ਼ਿਆਦਾ ਕਾਸਟ ਸਿਸਟਮ 'ਚ, ਜਾਤ ਵਰਗ 'ਚ ਇੰਨੀ ਰਿਜਿਡਿਟੀ ਆ ਗਈ, ਕਠੋਰਤਾ ਆ ਗਈ। ਜਦੋਂ ਅੰਗਰੇਜ਼ ਆਏ ਉਹਨਾਂ ਨੇ ਜਦੋਂ ਡਾਟਾ ਰਿਕਾਰਡ ਬਣਾ ਲਿਆ ਤਾਂ ਇਹ ਚੀਜ਼ ਜਿਹੜੀ ਸੀ ਬਹੁਤ ਹੀ ਜ਼ਿਆਦਾ ਫੈਲ ਗਈ ਕਿ ਮੈਜੋਰਟੀ 'ਚ ਕਿਹੜੀ ਕਾਸਟ ਹੈ, ਮਿਨੋਰਟੀ 'ਚ ਕਿਹੜੀ ਕਾਸਟ ਹੈ। ਤਾਂ ਹੁਣ ਵਾਲਾ ਜਿਹੜਾ ਸਮਾਜ ਹੈ ਉਹ ਜਾਤ ਵਿਵਸਥਾ ਦੇ ਉੱਤੇ ਹੀ ਆਧਾਰਿਤ ਹੈ। ਸਟੈਟਾ ਯਾਨੀ ਕਿ 17 ਤਹਿਾਂ ਜਿਹੜੀਆਂ ਨੇ ਪਾਈਆਂ ਜਾਂਦੀਆਂ। ਹੁਣ ਆਪਣੇ ਸਮਾਜ ਦੀ ਗੱਲ ਕਰੀਏ ਤਾਂ ਆਪਣੇ ਸਮਾਜ ਵਿੱਚ ਬਹੁਤ ਤਰ੍ਹਾਂ ਦੀਆਂ ਸਮਾਨਤਾਵਾਂ ਮਿਲਦੀਆਂ ਨੇ। ਆਪਾਂ ਸਮਾਨਤਾ ਹੈ ਨਹੀਂ, ਕੋਈ ਅਮੀਰ ਹੈ, ਕੋਈ ਗਰੀਬ ਹੈ, ਕੋਈ ਕਿਸੇ ਦੀ ਜਾਤ ਉੱਚੀ ਹੈ, ਕਿਸੇ ਦੀ ਜਾਤ ਨੀਵੀਂ ਹੈ। ਹੁਣ ਜੇ ਅਗਰ ਆਪਾਂ ਗੱਲ ਕਰੀਏ ਕਿਸੇ ਦਾ ਵਰਗ ਕਿਹੜਾ, ਕਿਸੇ ਦਾ ਵਰਗ ਕਿਹੜਾ, ਠੀਕ ਹੈ, ਉਮਰ ਕਿਸੇ ਦੀ ਕਿਹੜੀ ਹੈ, ਕਿਸੇ ਦੀ ਕਿਹੜੀ ਹੈ ਨਾ, ਅਲੱਗ-ਅਲੱਗ ਚੀਜ਼ਾਂ। ਸਮਾਜ ਵਿੱਚ ਅਮੀਰੀ ਗਰੀਬੀ, ਸਮਾਜਿਕ ਤੌਰ ਦੇ ਉੱਤੇ ਵੀ ਆਪਾਂ ਵੰਡੇ ਹੋਏ ਹਾਂ। ਧਾਰਮਿਕ ਤੌਰ ਤੇ ਵੀ ਕਿਸੇ ਦਾ ਸਿੱਖ ਕੋਈ ਧਰਮ, ਕੋਈ ਸਿੱਖ ਧਰਮ ਨਾਲ ਹੈ, ਕੋਈ ਹਿੰਦੂ ਧਰਮ ਨਾਲ ਹੈ, ਕੋਈ ਮੁਸਲਿਮ ਧਰਮ ਨਾਲ ਹੈ। ਸਮਾਜ ਦੇ ਵਿੱਚ ਵੀ ਜਿਹੜੀ ਹੈਗੀ ਆ ਆਪਣੇ ਸਤਰੀਕਰਨ, ਫੋਰ ਐਗਜ਼ਾਮਪਲ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ ਐਵੇਂ ਪਾਏ ਜਾਂਦੇ ਆ। ਰਾਜਨੀਤਿਕ ਤੌਰ ਤੇ ਵੀ ਕੋਈ ਪਾਰਟੀ ਸੱਤਾ ਦੇ ਵਿੱਚ ਹੈ, ਕੋਈ ਵਿਚਾਰੀ ਜਿਹੜੀ ਹੈਗੀ ਸੱਤਾ ਵਿੱਚ ਜਿਹੜੀ ਹੈਗੀ ਬਿਲਕੁਲ ਨੀਚੇ ਹੈ। ਕੋਈ ਆਰਥਿਕ ਵਰਗ ਤੇ, ਲਾਈਕ ਫੋਰ ਐਗਜ਼ਾਮਪਲ ਕੋਈ ਅਪਰ ਕਲਾਸ ਹੈ, ਕੋਈ ਮਿਡਲ ਹੈ, ਕੋਈ ਲੋਅਰ ਹੈ। ਤਾਂ ਇੱਦਾਂ ਵੰਡਿਆ ਹੋਇਆ ਸਮਾਜ। ਤਾਂ ਉੱਚਤਾ ਨਿਮਨਤਾ ਮਤਲਬ ਹੈਗੀ ਹੈ ਪਾਈ ਜਾਂਦੀ ਹੈ ਸਮਾਜ ਵਿੱਚ। ਕਿਤੇ ਲੋਕ ਅਮੀਰ ਨੇ, ਕਿਤੇ ਗਰੀਬ ਨੇ, ਕਿਤੇ ਉੱਚਤਾ ਹੈ, ਕਿਤੇ ਨਿਮਨਤਾ ਹੈ। ਸੋ ਇਹ ਸੀਗਾ ਇੰਟਰੋਡਕਸ਼ਨ ਦੀਆਂ 7-8 ਲਾਈਨਾਂ। ਠੀਕ ਹੈ, ਆਪਾਂ ਨੇ ਸਭ ਤੋਂ ਪਹਿਲਾਂ ਜਦੋਂ ਕੁਐਸਚਨ ਅਟੈਂਪਟ ਕਰਨਾ 4-4.5 ਪੇਜਿਸ ਆ। ਇੰਟਰੋ ਦੀਆਂ 7 ਲਾਈਨਾਂ, ਫਿਰ ਹੈਗੀਆਂ ਮੀਨਿੰਗ ਦੀਆਂ 5-6 ਲਾਈਨਾਂ। ਤਾਂ ਮੀਨਿੰਗ ਦੇਖੋ, ਸੋਸ਼ਲ ਸਟ੍ਰੈਟੀਫਿਕੇਸ਼ਨ 2 ਸ਼ਬਦਾਂ ਤੋਂ ਬਣਿਆ। ਸੋਸ਼ਲ ਪਲੱਸ ਸਟ੍ਰੈਟੀਫਿਕੇਸ਼ਨ, ਸਮਾਜਿਕ ਪਲੱਸ ਸਤਰੀਕਰਨ। ਸਤਰੀਕਰਨ ਦੀ ਅਗਰ ਆਪਾਂ ਗੱਲ ਕਰੀਏ, ਸਮਾਜ ਤਾਂ ਉਹ ਹੋ ਗਿਆ ਜਿਹੜਾ ਸਮਾਜ ਦੇ ਨਾਲ ਸੰਬੰਧਿਤ ਹੋਵੇ। ਸਮਾਜਿਕ ਦਾ ਮਤਲਬ ਸਮਾਜਿਕ ਸਤਰੀਕਰਨ, ਠੀਕ ਹੈ। ਸਮਾਜਿਕ ਸਤਰੀਕਰਨ 2 ਵਰਡਸ ਤੋਂ ਬਣੇ ਨਾ। ਸਮਾਜਿਕ ਦਾ ਮਤਲਬ ਹੈ ਜਿਹੜੀ ਚੀਜ਼ ਸਮਾਜ ਦੇ ਨਾਲ ਸੰਬੰਧਿਤ ਹੋਵੇ। ਸਤਰੀਕਰਨ ਦਾ ਅਰਥ ਹੈ ਸਟ੍ਰੈਟਮ, ਠੀਕ ਹੈ, ਲੇਅਰਸ, ਸਟ੍ਰੈਟਾ। ਤਾਂ ਸਤਰੀਕਰਨ ਜਿਹੜਾ ਹੈ ਸੋਸ਼ਲ ਸਟ੍ਰੈਟੀਫਿਕੇਸ਼ਨ ਦਾ ਪੰਜਾਬੀ ਰੂਪਾਂਤਰਣ ਹੈ। ਸਟ੍ਰੈਟਾ ਦਾ ਅਰਥ ਹੈ ਲੇਅਰਸ, ਤਹਿਾਂ। ਸਟੈਟਮ ਤੋਂ ਇਹ ਲਾਤੀਨੀ ਸ਼ਬਦ ਤੋਂ ਉਤਪੰਨ ਹੋਇਆ ਹੈ। ਸਮਾਜ ਨੂੰ ਤਰਤੀਬਵਾਰ ਕਰਕੇ ਵੱਖ-ਵੱਖ ਸਤਰਾਂ ਦੇ ਵਿੱਚ ਵੰਡਣਾ, ਵੱਖ-ਵੱਖ ਲੇਅਰਸ ਦੇ ਵਿੱਚ ਵੰਡਣਾ ਜਿਹੜਾ ਹੈ ਸਮਾਜਿਕ ਸਤਰੀਕਰਨ ਹੁੰਦਾ। ਕਿਉਂਕਿ ਅਗਰ ਆਪਾਂ ਗੱਲ ਕਰੀਏ ਜਿਹੜੇ ਟਵਿਨਸ ਬੱਚੇ ਹੁੰਦੇ ਆ ਉਹ ਵੀ ਅਲੱਗ-ਅਲੱਗ ਹੁੰਦੇ ਆ, ਠੀਕ ਹੈ। ਇੱਕ ਡੇ ਟਾਈਮ ਜਾਗਦਾ, ਇੱਕ ਨਾਈਟ ਟਾਈਮ ਜਾਗਦਾ। ਦੋਨਾਂ ਦੀਆਂ ਸ਼ਕਲਾਂ ਦੇ ਵਿੱਚ ਵੀ ਕਾਫੀ ਫਰਕ ਹੁੰਦਾ, ਭਿੰਨਤਾ ਹੁੰਦੀ ਹੈ। ਯੋਗਤਾ ਕੰਮ ਕਰਨ ਦੀ ਭਿੰਨਤਾ ਹੁੰਦੀ ਹੈ। ਕਿਸੇ ਦੀ ਕਿਸੇ ਕੰਮ ਦੇ ਵਿੱਚ ਕਰਨ ਦੇ ਵਿੱਚ ਯੋਗਤਾ ਹੁੰਦੀ ਹੈ, ਕਿਸੇ ਦੀ ਕਿਹੜੇ ਵਿੱਚ ਯੋਗਤਾ ਹੁੰਦੀ ਹੈ। ਤਾਂ ਆਪਾਂ ਜਿਹੜੇ ਪਰਸਨੈਲਿਟੀ ਵਾਈਜ਼, ਇੰਟੈਲੀਜੈਂਸ ਬੇਸ ਦੇ ਵਿੱਚ ਵੀ ਜਿਹੜਾ ਹੈਗਾ ਆਪਾਂ ਅਲੱਗ ਹੁੰਦੇ ਹਾਂ। ਤਾਂ ਸਮਾਜ ਦੇ ਵਿੱਚ ਸਤਰੀਕਰਨ ਪਾਇਆ ਜਾਂਦਾ ਹੈ। ਤੇ ਦੇਖੋ ਕੁੜੀਆਂ ਅਤੇ ਮੁੰਡਿਆਂ ਦੇ ਵਿੱਚ ਵੀ ਜਿਹੜਾ ਹੈ ਸਤਰੀਕਰਨ ਪਾਇਆ ਜਾਂਦਾ ਹੈ। ਜੈਂਡਰ ਦੇ ਵਿੱਚ, ਐਕਸਪੀਰੀਅੰਸ ਦੇ ਵਿੱਚ ਵੀ ਸਤਰੀਕਰਨ ਪਾਇਆ ਜਾਂਦਾ ਹੈ। ਤਾਂ ਸਮਾਜਿਕ ਸਤਰੀਕਰਨ ਜਿਹੜਾ ਹੈ 2 ਵਰਡਸ ਤੋਂ ਬਣਿਆ ਹੈ, ਸੋਸ਼ਲ ਪਲੱਸ ਸਟ੍ਰੈਟੀਫਿਕੇਸ਼ਨ। ਤੇ ਸੋਸ਼ਲ ਦਾ ਅਰਥ ਹੈ ਦੈਟ ਇਜ਼ ਰਿਲੇਟਡ ਟੂ ਸੋਸਾਇਟੀ, ਜਿਹੜਾ ਸਮਾਜ ਦੇ ਨਾਲ ਸੰਬੰਧਿਤ ਹੈ। ਸਟ੍ਰੈਟੀਫਿਕੇਸ਼ਨ ਦਾ ਮਤਲਬ ਹੈ ਸਟ੍ਰੈਟਾ ਯਾਨੀ ਕਿ ਤਹਿਾਂ, ਯਾਨੀ ਕਿ ਸਤਰਾਂ। ਠੀਕ ਹੈ, ਐਦਾਂ ਆਪਾਂ ਨੇ ਲਿਖ ਕੇ ਆਣੀ ਹੈ 4-5 ਲਾਈਨਸ। ਉਸ ਤੋਂ ਬਾਅਦ 'ਚ ਆਪਾਂ ਨੇ ਲਿਖਣੀਆਂ ਨੇ ਡੈਫੀਨੇਸ਼ਨਸ, ਕੋਈ ਵੀ 2-3 ਜਿਹੜੀਆਂ ਤੁਹਾਨੂੰ ਆਸਾਨੀ ਨਾਲ ਯਾਦ ਹੋ ਜਾਣ, ਜਿਹੜੀਆਂ ਤੁਹਾਨੂੰ ਅੱਛੀਆਂ ਲੱਗਦੀਆਂ ਨੇ ਕਿ ਤੁਸੀਂ ਇਹ ਬਹੁਤ ਜ਼ਿਆਦਾ ਕਰਨੀਆਂ ਚਾਹੁੰਦੇ ਆ। ਜਿਵੇਂ ਗਿਸਬਰਟ ਕਹਿ ਰਹੇ ਨੇ, ਕਹਿੰਦੇ ਸਮਾਜਿਕ ਸਤਰੀਕਰਨ ਦਾ ਅਰਥ ਹੈ ਸਮਾਜ ਨੂੰ ਕੁਝ ਅਜਿਹੇ ਸਥਾਈ ਸਮੂਹਾਂ ਜਾਂ ਵਰਗਾਂ ਦੇ ਵਿੱਚ ਵੰਡਣਾ, ਐਸੀ ਵਿਵਸਥਾ ਕਰਨਾ ਜਿਸ ਦੇ ਅਧੀਨ ਸਭ ਤੋਂ ਸਮੂਹ ਜਿਹੜਾ ਹੈ ਉੱਚਤਾ ਅਤੇ ਅਧੀਨਤਾ ਦੇ ਸੰਬੰਧਾਂ ਦੇ ਵਿੱਚ ਇੱਕ ਦੂਜੇ ਨਾਲ ਜੁੜੇ ਹੋਏ ਹੋਣ। ਲੁੰਡਬਰਗ ਦਾ ਜਿਹੜਾ ਹੈ ਬਹੁਤ ਹੀ ਛੋਟੀ ਜਿਹੀ ਡੈਫੀਨੇਸ਼ਨ ਹੈ। ਇੱਕ ਸਤਰੀਕਰਨ ਸਮਾਜ, ਇੱਕ ਸਤਰੀਕ੍ਰਿਤ ਸਮਾਜ ਜਿਹੜਾ ਹੈ ਲੋਕਾਂ ਵਿੱਚ ਵਿਭੇਦੀਕਰਨ ਯਾਨੀ ਕਿ ਡਿਫਰੈਂਸ਼ੀਏਸ਼ਨ ਪਾਈ ਜਾਂਦੀ ਹੈ, ਅਸਮਾਨਤਾ, ਇਨਇਕੁਐਲਿਟੀ ਪਾਈ ਜਾਂਦੀ ਹੈ ਅਤੇ ਜਿਸ ਦੇ ਅਨੁਸਾਰ ਕੁਝ ਉੱਚੀਆਂ ਅਤੇ ਕੁਝ ਜਿਹੜੀਆਂ ਨੀਵੀਂ ਸ਼੍ਰੇਣੀ ਦੇ ਵਿੱਚ ਰੱਖਿਆ ਜਾਂਦਾ ਹੈ। ਵਿਲੀਅਮਸ ਕਹਿ ਰਹੇ ਨੇ ਸਮਾਜਿਕ ਸਤਰੀਕਰਨ ਦਾ ਮਤਲਬ ਹੈ ਵਿਅਕਤੀਆਂ ਨੂੰ ਉੱਚਤਮ ਮਤਲਬ ਹਾਇਰ ਲੈਵਲ ਮਿਲ ਰਿਹਾ, ਅਧੀਨਤਾ ਮਿਲ ਰਹੀ ਹੈ। ਬਰਾਬਰੀ ਦੇ ਸਕੇਲ ਦੇ ਵਿੱਚ ਕੁਝ ਸਾਂਝੇ ਰੂਪ ਦੇ ਵਿੱਚ ਸਵੀਕਾਰੇ ਹੋਏ ਆਧਾਰ ਦਾ ਮੁਲਾਂਕਣ ਕੀਤਾ ਜਾਂਦਾ ਹੈ ਕਿ ਕੁਝ ਸੁਪੀਰੀਅਰ ਨੇ, ਕੁਝ ਇਨਫੀਰੀਅਰ ਨੇ, ਕੁਝ ਇਕੁਅਲ ਨੇ। ਤਾਂ ਇਹਨਾਂ ਦੇ ਅਕੋਰਡਿੰਗ ਇਹਨਾਂ ਨੂੰ ਵੈਲਿਊਆਈਜ਼ਡ ਕੀਤਾ ਜਾਂਦਾ ਹੈ। ਰੇਮੰਡ ਮੂਰ ਕਹਿ ਰਹੇ ਨੇ ਕਿ ਸਤਰੀਕਰਨ ਜਿਹੜਾ ਹੈ ਸਮਾਜ ਦੀ ਉੱਚੀ ਅਤੇ ਨੀਵੀਂ ਸਮਾਜਿਕ ਇਕਾਂਗੀ ਦਾ ਲੰਬਾਤਮਕ ਵੰਡ ਹੈ। ਠੀਕ ਹੈ, ਜਦੋਂ ਅਸੀਂ ਹੌਰੀਜ਼ੋਨਟਲ ਡਿਵੀਜ਼ਨ ਆਫ ਲੇਬਰ ਸੁਸਾਇਟੀ ਕਰਨੇ ਹੈ, ਮਤਲਬ ਨੀਚੇ ਲਾਈਕ ਆਪਾਂ ਸਕੂਲ ਦੀ ਵੀ ਗੱਲ ਕਰੀਏ, ਨੀਚੇ ਪਿਓਨਸ ਹੁੰਦੇ ਨੇ, ਫਿਰ ਕਲਰਕਸ ਹੁੰਦੇ ਨੇ, ਅਕਾਊਂਟੈਂਟਸ ਹੁੰਦੇ ਨੇ, ਠੀਕ ਹੈ। ਸੋ ਐਦਾਂ ਫਿਰ ਉਸ ਤੋਂ ਬਾਅਦ ਜਿਹੜੇ ਨੇ ਟੀਚਰਸ ਹੁੰਦੇ ਨੇ, ਫਿਰ ਕੋਆਰਡੀਨੇਟਰਸ ਹੁੰਦੇ ਨੇ, ਫਿਰ ਪ੍ਰਿੰਸੀਪਲ ਹੁੰਦੇ ਨੇ, ਡਾਇਰੈਕਟਰ ਹੁੰਦੇ ਨੇ, ਚੇਅਰਮੈਨ ਹੁੰਦੇ। ਤਾਂ ਐਦਾਂ ਜਿਹੜਾ ਹੈ ਸਕੂਲ ਕਾਲਜ ਵੀ ਡਿਵਾਈਡ ਹੁੰਦਾ ਹੈ। ਅਗਰ ਆਪਾਂ ਗੱਲ ਕਰੀਏ ਪਿਓਨਸ ਤੋਂ ਬਿਨਾਂ ਸਕੂਲ ਨਹੀਂ ਚੱਲੇਗਾ, ਟੀਚਰਸ ਬਿਨਾਂ ਸਕੂਲ ਨਹੀਂ ਚੱਲੇਗਾ, ਸਟੂਡੈਂਟਸ ਬਿਨਾਂ ਸਕੂਲ ਨਹੀਂ ਚੱਲੇਗਾ। ਤਾਂ ਐਦਾਂ ਜਿਹੜਾ ਹੈ ਉੱਪਰ ਨੂੰ ਜਿਹੜੀ ਹੈਗੀ ਹੈ ਵੰਡ ਹੁੰਦੀ ਹੈ, ਮਤਲਬ
हायर नीचे तो उपर तक जाता है, मतलब लोअर टू हाई जाती है। ठीक है, आगमन ਅਤੇ ਨਿਮਕੋਫ ਕਹਿੰਦੇ ਆ ਸਤਰੀਕਰਨ ਉਹ ਪ੍ਰਕਿਰਿਆ ਉਹ ਪ੍ਰੋਸੈਸ ਹੈ ਜਿਹਦੇ ਵਿੱਚ ਵਿਅਕਤੀ ਅਤੇ ਸਮੂਹ ਇੱਕ ਸਥਾਈ ਸਥਿਤੀ ਦੀ ਕਰਮਬੱਧਤਾ ਦੇ ਵਿੱਚ ਵਿਭਾਜਿਤ ਕੀਤੇ ਜਾਂਦੇ ਆ। मतलब कि ਇੱਕ ਸਟੇਟਸ ਦੇ ਵਿੱਚ ਡਿਵਾਈਡ ਹੁੰਦੇ ਨੇ ਅਤੇ ਰੈਂਕ ਇਹਨਾਂ ਦਾ ਦਿੱਤਾ ਜਾਂਦਾ ਹੈ, ਕੁਝ ਦਾ ਰੈਂਕ ਹਾਈ ਕੁਝ ਦਾ ਰੈਂਕ लो। फाइन, उस तो बाद जिन्नियां भी आपां डेफिनेशनां कीतियां 2-3 जिन्नियां तुहानूं याद होईयां उन्हां दे अकॉर्डिंग आपां ने कनकलूजन भी करना है कि असीं इन्हां परिभाषावां दे आधार ते कह सकदे हां कि समाजक सत्रीकरण उच्चे नीवें ਵੱਖ-ਵੱਖ मतलब या फिर ਆਪਾਂ ਇਹ कह सकते हैं कि समाज ਨੂੰ ਸਤਰੀਕਰਨ ਜਿਹੜਾ ਹੈ ਉੱਚੇ ਅਤੇ ਨੀਵੇਂ ਸਮੂਹਾਂ ਦੇ ਵਿੱਚ ਵੰਡਦਾ ਹੈ। ਉਸ ਦੇ ਅਕੋਰਡਿੰਗ ਵਿਅਕਤੀਆਂ ਦੀ ਸਥਿਤੀ ਅਤੇ ਭੂਮਿਕਾਵਾਂ ਨੂੰ ਨਿਰਧਾਰਿਤ ਕੀਤਾ ਜਾਂਦਾ ਹੈ ਕਿ ਕੀ ਸਟੇਟਸ ਹੈ, ਕੀ ਰੋਲ ਹੈ, ਕਿਵੇਂ ਉਹ ਕੰਮ ਕਰੇਗਾ। समाज नूं जिहड़ा हैगा जात नस्ल धर्म लिंग पैसा सत्ता के अकॉर्डिंग जिहड़ा है पद कर्म यानी कि हायरार्की ऑर्डर सोशल ऑर्डर दे विच रैंक वाइज ऑर्डर दे विच जिहड़ा है वंडिया जाता है। कुछ उच्चे लोग हुंदे ने कुछ नीवें लोग हुंदे ने ते इन्हां नूं उन्हां दे अकॉर्डिंग सोशल स्टेटस प्राप्त किया जाता है। ठीक है, से हुण आपां करांगे फीचर्स करैक्टरिस्टिक्स ऑफ स्ट्रैटिफिकेशन। समाजिक सत्रीकरण दी विशेषतावां इहदे लक्षण की ने। हुण फस्ट ऑफ ऑल मैं हुणे दस के हटी हां कि जिहड़ा समाजिक सत्रीकरण है हरेक समाज दे विच पाया जांदा है। सर्व व्यापक जिहड़ी है प्रक्रिया अते इह जिहड़ा है समाजिक हुंदा है। फॉर एग्जाम्पल अगर असीं गल करिए एनीमल सोसाइटी भी है, बर्ड्स इंसैक्ट सोसाइटी भी है, लेकिन इन्हां दे विच कोई भी सत्रीकरण नहीं पाया जांदा। ये सिर्फ ह्यूमन सोसाइटी च पाया जाता है बिकॉज असीं बुद्धिधारी जीव हाँ, बौद्धिक साडे समर्थ है, तो यह सत्रीकरण समाज दे विच पाया जाता। समाज विच कौन रहिंदा? आपां लोग, ह्यूमन सोसाइटी। फाइन, तो भारतीय समाज दे विच सोशल स्ट्रैटिफिकेशन पाया जाता, समाजिक सत्रीकरण पाया जाता है। आधार भिन्न भिन्न है। ठीक है, कोई मध्य वर्ग है, कोई उच्च वर्ग है, कोई जिहड़ा है निम्न वर्ग है, कोई जिहड़ा है ब्राह्मण है, कोई खत्रिय है, कोई वैश्य है, कोई शूद्र है, कोई लड़का है, कोई लड़की है, कोई एक्सपीरियंसड है, बजुर्ग लोग ने, कुछ जिहड़े हैं छोटे बच्चे ने। सो ऐदां जिहड़ा है ਵੱਖ-ਵੱਖ चीज़ां ਨੂੰ ਜਿਹੜੇ ਮਨੁੱਖਾਂ ਨੂੰ ਕਹਿ ਸਕਦੇ ਹਾਂ ਚੀਜ਼ਾਂ ਨੂੰ ਇੱਕ ਦੂਜੇ ਤੋਂ ਭਿੰਨ ਕੀਤਾ ਜਾਂਦਾ ਹੈ ਅਤੇ ਇਹੀ ਵਖਰੇਵੇਂ ਨੂੰ ਜਿਹੜਾ ਹੈਗਾ ਸਮਾਜ ਦੇ ਵਿੱਚ ਜਦੋਂ ਐਕਸੈਪਟੈਂਸ ਮਿਲ ਜਾਂਦੀ ਹੈ, ਸਵੀਕ੍ਰਿਤੀ ਮਿਲ ਜਾਂਦੀ ਹੈ ਤਾਂ ਇਸ ਨੂੰ ਅਸੀਂ ਸਤਰੀਕਰਨ ਕਹਿੰਦੇ ਆ। अगर समूह इस नूं ना मनण तो उसनूं सतरीकरण भी नहीं गिनिया जाएगा। हुण देखो जेंडर के बिहाफ ते, रिलीजन के बिहाफ ते, क्लास के बिहाफ ते, कास्ट के बिहाफ ते सोशल स्ट्रैटिफिकेशन पाया जाता है अते नाल ही इसनूं समाज दे विच मन्निया स्वीकार भी किया जाता है। समाजिक सतरीकरण जिहड़ी हैगी है सर्व व्यापक प्रक्रिया, मतलब सारे समाजां च पाई जांदी है। अपनी इंडियन सोसाइटी विच कास्ट भी मिलती है, क्लास भी मिलती है। कास्ट वाइज तो आपां 3000 के करीब जातां उपजातां च वंडे हुए हैं, लेकिन अगर आप गल करिए क्लास की तो मध उच्च वर्ग हो गया, मध्य वर्ग हो गया तो निम्न वर्ग हो गया। तो ये कई बार कहते हैं कि उच्च निम्न हो गया, निम्न उच्च हो गया, ऐदा दी चीज़ां वंडियां जांदियां, लेकिन मेनली क्लास जिहड़ी है उच्च वर्ग, निम्न वर्ग, मध्य वर्ग तो निम्न वर्ग है। ठीक है, सतरीकरण की दूजी विशेषता यह है कि सर्व व्यापक प्रक्रिया सारे समाजां च पाई जाती है। कोई भी समाज ऐसा नहीं है जिथे समाजिक सतरीकरण नहीं पाया जाता। बाहरलियां कंट्रीज़ दे विच जिहड़ा है क्लास के बिहाफ ते वंडिया जाता है, लेकिन साडा भारतीय समाज विच कास्ट भी पाई जाती है। साडे जिहड़े हैगा जात प्रथा है बहुत ज़्यादा, उम्र के अकॉर्डिंग, जात के अकॉर्डिंग, लिंग के अकॉर्डिंग असीं वंडदे हां। ठीक है, समाजिक सतरीकरण के अकॉर्डिंग अगर आप गल करते हैं तो साडा जिहड़ा हुण दा समाज है बहुत ही कंपलैक्स है, बहुत ही जटिल है, गुंझलदार है। पहलां की हुंदा सीगा इन्ना ज़्यादा कास्ट रिजिड नहीं सी जिन्ना कि पोस्ट कलोनीअल पीरियड च आके हो गया। हरेक देश हरेक समाज विच किसी ना किसी आधार पर समाजिक सतरीकरण हुंदा है, पहलां भी सी हुण भी है। ਇਹ ਹੈਗੇ ਕਿ ਆਪਣੇ ਇੱਥੇ ਭਾਰਤ ਦੇ ਵਿੱਚ ਹੁਣ ਜਿਹੜਾ ਹੈ ਕਲਾਸ ਸਿਸਟਮ ਚੱਲ ਰਿਹਾ, ਕਾਸਟ ਸਿਸਟਮ ਜਾਤ ਵਰਗ ਜਿਹੜਾ ਹੈ ਹੌਲੀ ਹੌਲੀ ਇਹਦੀ ਰਿਜਿਡਿਟੀ ਜਿਹੜੀ ਹੈਗੀ ਆ ਉਹ ਘਟ ਗਈ ਹੈ। ਨਿਰਭਰਤਾ ਸਤਰੀਕਰਨ ਦੇ ਵਿੱਚ ਕੀ ਹੁੰਦਾ ਹੈ, ਵੱਖ-ਵੱਖ ਸਮਾਜ ਦੇ ਵਿੱਚ ਜਿਹੜਾ ਹੈਗਾ ਵਿਅਕਤੀਆਂ ਨੂੰ ਵੱਖ-ਵੱਖ ਅਹੁਦੇ ਦਿੱਤੇ ਜਾਂਦੇ ਨੇ, ਸਟੇਟਸ ਦਿੱਤਾ ਜਾਂਦਾ, ਰੋਲ ਦਿੱਤੇ ਜਾਂਦੇ ਆ। ਹਰੇਕ ਵਿਅਕਤੀ ਦੂਜੇ ਤੋਂ ਅਲੱਗ ਹੈ। ਇੱਕ ਵਿਅਕਤੀ ਜਿਹੜਾ ਹੈਗਾ ਸਮਾਜ ਦੇ ਵਿੱਚ ਸਾਰੇ ਕੰਮ ਇਕੱਲਾ ਨਹੀਂ ਕਰ ਸਕਦਾ, ਉਹਨੂੰ ਆਪਣੀਆਂ ਜ਼ਰੂਰਤਾਂ ਨੂੰ पूर्ति करने लई जिहड़ा है सहयोग लेना पैंदा है। हुण फॉर एग्जाम्पल पहलां की हुंदा सीगा जदों असीं पढ़ना हुंदा सी असीं ब्राह्मणां कोले जांदा सी, युद्ध दे अगर सानूं कोई काम हुंदा सी, लड़ाई झगड़ा साडे देश ते आक्रमण करता तो वो खत्तरी लड़दे हुंदे सी, राजे लड़दे हुंदे सी। अगर असीं खाना वगैरह फूड लई आपां डिपेंड हुंदे सी तो आपां
ਵੈਸ਼ਿਆ ਲੋਕਾਂ ਦੇ ਉੱਤੇ, ਵਪਾਰੀਆਂ ਦੇ ਉੱਤੇ ਅਤੇ ਅਸੀਂ ਕਿਸਾਨਾਂ ਤੇ ਡਿਪੈਂਡ ਹੁੰਦੇ ਸੀ। ਅਗਰ ਅਸੀਂ ਗੋਹੇ ਕੂੜੇ ਦਾ ਕੰਮ ਕਰਾਉਣਾ ਹੁੰਦੀ ਸੀ, ਮਾਂਸ ਦੀਆਂ ਜੁੱਤੀਆਂ ਬਣਾਉਣੀਆਂ ਨੇ, ਤਾਂ ਅਸੀਂ ਉਹ ਸ਼ੂਦਰਾਂ ਦੇ ਉੱਤੇ ਡਿਪੈਂਡ ਹੁੰਦੇ ਸੀਗੇ। ਠੀਕ ਹੈ, ਅਤੇ ਕੰਮ ਵਿੱਚ ਸਹਿਯੋਗ ਲੈਣ ਲਈ ਇੱਕ ਦੂਜੇ ਦੇ ਉੱਤੇ ਜਿਹੜਾ ਸੀ ਸਾਨੂੰ ਸਹਿਯੋਗ ਕਰਨਾ ਪੈਂਦਾ ਸੀ। ਸਾਨੂੰ ਇਹ ਪਤਾ ਸੀ ਕਿ ਅਸੀਂ ਇੱਕ ਦੂਜੇ ਤੇ ਡਿਪੈਂਡ ਆ। ਤਾਂ ਨਿਰਭਰਤਾ ਜਿਹੜੀ ਹੈ ਪਹਿਲਾਂ ਵੀ ਸੀ, ਹੁਣ ਵੀ ਆ। ਹੁਣ ਦੇਖੋ ਤੁਸੀਂ, ਆਪਾਂ ਚਾਹ ਬਣਾਉਣੀ ਹੁੰਦੀ ਹੈ, ਸਵੇਰੇ ਬੈਟੀ ਪੀਣੀ ਹੁੰਦੀ ਆ, ਤਾਂ ਅਸੀਂ ਦੋਜੀ ਦੇ ਉੱਤੇ ਡਿਪੈਂਡ ਆ। ਅਸੀਂ ਸਬਜ਼ੀ ਬਣਾਉਣੀ ਹੁੰਦੀ ਹੈ, ਅਸੀਂ ਜਿਹੜਾ ਹੈ ਗ੍ਰੀਨ ਗਰੋਸਰ ਦੇ ਉੱਤੇ ਡਿਪੈਂਡ ਹੁੰਦੇ ਆ, ਹੈ ਨਾ। ਸੋ ਆਪਾਂ ਡੇਲੀ ਰੂਟੀਨ ਲਈ ਕਿੰਨੀਆਂ ਐਕਟੀਵਿਟੀਜ਼ ਕਰਨ ਲਈ ਅਸੀਂ ਸਮਾਜ ਦੇ ਉੱਤੇ ਡਿਪੈਂਡ ਹੁੰਦੇ ਹਾਂ। ਤਾਂ ਸਮਾਜਿਕ ਸਤਰੀਕਰਨ ਤਾਂ ਹੈ, ਪਰ ਅੰਤਰ ਨਿਰਭਰਤਾ ਵੀ ਹੈ, ਕਿਉਂਕਿ ਇੱਕ ਜਿਹੜਾ ਹੈ ਆਪਾਂ ਕਹਿ ਸਕਦੇ ਹਾਂ ਕਾਸਟ ਕਲਾਸ ਦੂਜੇ ਤੋਂ ਬਿਨਾਂ ਨਹੀਂ ਰਹਿ ਸਕਦੀ ਹੈਗੀ, ਸਮਾਜ ਵਿੱਚ ਨਿਰਭਰਤਾ ਪਾਈ ਜਾਂਦੀ ਆ। ਅੱਡ ਅੱਡ ਵਰਗਾਂ ਦੀ ਅਸਮਾਨ ਸਥਿਤੀ। ਹੁਣ ਦੇਖੋ ਅੱਡ ਅੱਡ ਵਰਗ ਹੈ, ਅੱਡ ਅੱਡ ਉਹਨਾਂ ਦੀ ਸਥਿਤੀ ਹੈ, ਇਕੁਅਲ ਸਥਿਤੀ ਤਾਂ ਹੈ ਨਹੀਂ। ਸਮਾਜਿਕ ਸਤਰੀਕਰਨ ਦੀ ਪ੍ਰਕਿਰਿਆ ਦੇ ਦੁਆਰਾ ਵਿਅਕਤੀਆਂ ਨੂੰ ਵੱਖ-ਵੱਖ ਸਮੂਹਾਂ 'ਚ ਸਤਰਾਂ ਦੇ ਵਿੱਚ ਵੰਡਤਾ। ਉਸ ਤੋਂ ਬਾਅਦ ਹਰੇਕ ਨੂੰ ਜਿਹੜੇ ਸਮੂਹ ਦੇ ਵਿੱਚ ਵੰਡਿਆ ਤਾਂ ਉਹਦੇ ਅਕੋਰਡਿੰਗ ਉਹ ਕੰਮ ਕਰੇਗਾ, ਉਹਦੇ ਅਕੋਰਡਿੰਗ ਉਹਦਾ ਰੋਲ ਹੈ, ਉਹਦੇ ਅਕੋਰਡਿੰਗ ਉਹਦਾ ਸਟੇਟਸ ਹੈ। ਠੀਕ ਹੈ, ਕੋਈ ਬਹੁਤੀ ਨੀਵੇਂ ਸਟੇਟਸ ਦੇ ਵਿੱਚ ਹੈ, ਕੋਈ ਬਹੁਤੇ ਉੱਚੇ ਸਟੇਟਸ ਦੇ ਵਿੱਚ ਹੈ, ਲੇਕਿਨ ਇੱਕ ਦੂਜੇ ਤੋਂ ਬਿਨਾਂ ਉਹ ਕੰਮ ਨਹੀਂ ਕਰ ਸਕਦੇ। ਹੁਣ ਕਿੰਨਾ ਵੀ ਅਮੀਰ ਬੰਦਾ ਹੈ, ਉਹਨੂੰ ਆਪਣੀ ਫੈਕਟਰੀ ਦੇ ਵਿੱਚ, ਆਪਣੀ ਫਰਮ ਦੇ ਵਿੱਚ ਕੰਮ ਕਰਨ ਲਈ ਗਰੀਬ ਲੋਕਾਂ ਦੀ ਲੋੜ ਪਏਗੀ, ਜਿਹੜੇ ਕਿ ਉਹਦਾ ਕੰਮ ਕਰਨ। ਸੋ ਕਹਿਣ ਦਾ ਮਤਲਬ ਜਿਹੜਾ ਹੈ, ਗਰੀਬਾਂ ਨੂੰ ਵੀ ਲੋੜ ਹੈ ਕਿ ਅਸੀਂ ਆਮਦਨ ਕਿੱਦੋਂ ਪ੍ਰਾਪਤ ਕਰਨੀ ਹੈ, ਅਸੀਂ ਅਮੀਰ ਲੋਕਾਂ ਦੇ ਫਰਮ 'ਚ ਜਾ ਕੇ ਕੰਮ ਕਰਾਂਗੇ ਤਦ, ਹੈ ਨਾ। ਤਾਂ ਇਸ ਤਰ੍ਹਾਂ ਜਿਹੜਾ ਹੈ ਅੱਡ ਅੱਡ ਵਰਗਤਾ ਹੈ, ਅੱਡ ਅੱਡ ਅਸਮਾਨ ਸਥਿਤੀਆਂ ਵੀ ਹੈ, ਅਲੱਗ-ਅਲੱਗ ਨੌਕਰੀਆਂ ਨੇ, ਅਲੱਗ-ਅਲੱਗ ਲਿੰਗ ਨੇ, ਅਲੱਗ-ਅਲੱਗ ਉਮਰ ਹੈ। ਸੋ ਇਹਦੇ ਅਕੋਰਡਿੰਗ ਜਿਹੜੀ ਹੈ ਸਮਾਜ ਦੇ ਵਿੱਚ ਜਿਹੜੇ ਹੈ ਅਲੱਗ-ਅਲੱਗ ਵਰਗ ਨੇ, ਤਾਂ ਅਲੱਗ-ਅਲੱਗ ਹੀ ਉਹਨਾਂ ਦੀ ਸਥਿਤੀ ਹੈ, ਸੇਮ ਸਥਿਤੀ ਨਹੀਂ ਆ। ਉੱਚ ਅਤੇ ਨੀਚ ਦਾ ਸੰਬੰਧ। ਹੁਣ ਸਮਾਜ ਦੇ ਵਿੱਚ ਜਿਹੜੀ ਹੈ ਹੌਰੀਜ਼ੌਂਟਲ ਡਿਵੀਜ਼ਨ ਹੈ, ਲੰਬਕਾਰ ਹੈ। ਠੀਕ ਹੈ, ਨੀਚੇ ਤੋਂ ਉੱਪਰ ਤੱਕ ਆਪਾਂ ਵੰਡੇ ਹੋਏ ਆ। ਉੱਪਰ ਦੀ ਸਥਿਤੀ ਕਾਫੀ ਸਾਰੇ ਲੋਕਾਂ ਨੂੰ ਹੈ, ਨੀਚੇ ਦੀ ਸਥਿਤੀ ਜਿਹੜੀ ਹੈ ਕਾਫੀ ਸਾਰੇ ਲੋਕਾਂ ਨੂੰ ਹੈ। ਉੱਚ ਅਤੇ ਨੀਚ ਦਾ ਸੰਬੰਧ ਪਾਇਆ ਜਾਂਦਾ ਹੈ। ਪਿਓਰ ਐਂਡ ਪੋਲਿਊਟਡ ਦਾ ਜਿਹੜਾ ਕੰਸੈਪਟ ਹੈ ਉਹ ਪਾਇਆ ਜਾਂਦਾ ਹੈਗਾ। ਉੱਚਤਮ ਵਰਗ ਵਿੱਚ ਉਹ ਲੋਕ ਸ਼ਾਮਿਲ ਹੁੰਦੇ ਨੇ ਜਿਨ੍ਹਾਂ ਦੀ ਸਮਾਜ ਵਿੱਚ ਉੱਚੀ ਸਥਿਤੀ ਹੈ। ਨਿਮਨ ਵਰਗ 'ਚ ਉਹ ਹੋ ਗਏ ਜਿਨ੍ਹਾਂ ਦੀ ਨੀਵੀਂ ਸਥਿਤੀ ਹੈ। ਤਾਂ ਸਮਾਜ ਵਿੱਚ ਊਚ ਨੀਚ ਪਾਈ ਜਾਂਦੀ ਹੈ। ਪ੍ਰਤਿਸ਼ਠਾ, ਅਗਰ ਆਪਾਂ ਸਟੇਟਸ ਦੀ ਗੱਲ ਕਰੀਏ ਤਾਂ ਅਨਈਕੁਅਲ ਡਿਵੀਜ਼ਨ ਹੈ। ਸਟੇਟਸ ਸਭ ਦਾ ਅਲੱਗ-ਅਲੱਗ ਹੈ, ਜਿਵੇਂ ਉਸਦੇ ਕੋਲ ਜਿੰਨੀ ਕੈਪੇਬਿਲਿਟੀ ਹੈ ਉਹਦੇ ਅਕੋਰਡਿੰਗ ਉਹਦਾ ਸਟੇਟਸ ਹੈ। ਠੀਕ ਹੈ, ਬਹੁਤ ਸਾਰੇ ਦੇਖੋ, ਅਗਰ ਆਪਾਂ ਗੱਲ ਕਰੀਏ ਤਾਂ ਉੱਚੀ ਸਥਿਤੀ ਵਾਲੇ ਨੂੰ ਬਹੁਤ ਸਾਰੀਆਂ ਸੁੱਖ ਸੁਵਿਧਾਵਾਂ ਹੈ। ਜਿਹੜੇ ਨੀਵੀਂ ਸਥਿਤੀ ਵਾਲੇ ਨੇ ਉਹ ਸਿਰਫ 2 ਵਕਤ ਦੀ ਰੋਟੀ ਵੀ ਬੜੀ ਮੁਸ਼ਕਿਲ ਨਾਲ ਪ੍ਰਾਪਤ ਕਰਦੇ ਆ, ਔਰ ਉਹਨੂੰ ਨਫ਼ਰਤ ਦੇ ਨਾਲ ਦੇਖਿਆ ਜਾਂਦਾ। ਆਪਾਂ ਦੇਖਦੇ ਹਾਂ ਕਿ ਜਿਹਦੇ ਕੋਲ ਮਰਸੀਡੀਜ਼ ਹੈ, ਆਪਾਂ ਉਹਨੂੰ ਬੜੀ ਰਿਸਪੈਕਟ ਨਾਲ ਦੇਖਦੇ ਹਾਂ ਵੀ ਬਈ ਮਰਸੀਡੀਜ਼ ਹੈ, ਬਹੁਤ ਪੈਸਾ ਹੈ, ਬਹੁਤ ਅੱਛਾ ਬੰਦਾ ਹੋਏਗਾ, ਆਪਾਂ ਪਹਿਲਾਂ ਹੀ ਪ੍ਰੀ ਜਜਮੈਂਟ ਲਗਾ ਲੈਂਦੇ। ਤਾਂ ਪ੍ਰਤਿਸ਼ਠਾ ਦੇ ਵਿੱਚ ਵੀ, ਸਟੇਟਸ ਦੇ ਵਿੱਚ ਵੀ ਨਾ ਬਰਾਬਰ ਵੰਡ ਹੁੰਦੀ ਹੈ ਅਕੋਰਡਿੰਗ ਟੂ ਜਿੰਨੇ ਵੀ ਆਪਣੇ ਕੋਲ ਰਿਸੋਰਸਿਸ ਆ, ਜਿੰਨੀ ਵੀ ਆਪਾਂ ਸਟੇਟਾਂ ਦੇ ਵਿੱਚ ਬੈਠੇ ਹਾਂ। ਸਤਰੀਕਰਨ ਅੰਤਰ ਕਿਰਿਆਵਾਂ ਨੂੰ ਸੀਮਿਤ ਕਰਦੀ ਹੈ। ਹੁਣ ਦੇਖੋ, ਡਾਕਟਰ ਦੇ ਨਾਲ ਹੀ ਉਹਦਾ ਗਰੁੱਪ ਸਰਕਲ ਡਾਕਟਰ 'ਚ ਹੋਏਗਾ, ਇੰਜੀਨੀਅਰ ਦਾ ਇੰਜੀਨੀਅਰ ਵਿੱਚ, ਕਲਰਕ ਦਾ ਕਲਰਕ ਦੇ ਵਿੱਚ, ਵਿਦਿਆਰਥੀ ਆਪਣੇ ਸਰਕਲ ਦੇ ਵਿੱਚ ਹੋਣਗੇ ਤੇ ਆਪਣੇ ਹੀ ਗਰੁੱਪ ਦੇ ਵਿੱਚ ਇੰਟਰੈਕਟ ਕਰਨਗੇ, ਅੰਤਰ ਸੰਬੰਧ ਕਰਨਗੇ। ਯਾਰੀ ਦੋਸਤੀ ਆਪਣੇ ਹੀ ਸਰਕਲ 'ਚ, ਡਾਕਟਰਾਂ ਦੀ ਯਾਰੀ ਡਾਕਟਰਸ ਦੇ ਨਾਲ ਹੋਏਗੀ, ਇੰਜੀਨੀਅਰ ਦੀ ਇੰਜੀਨੀਅਰਸ ਦੇ ਨਾਲ ਹੋਏਗੀ, ਹੈ ਨਾ। ਆਪਣੀ ਰਹਿਣੀ ਬਹਿਣੀ ਸੋਚ ਵਿਚਾਰ ਆਪਣੇ ਵਰਗ ਦੇ ਅਕੋਰਡਿੰਗ ਹੋਣਗੇ, ਉਹ ਦੂਜੇ ਵਰਗਾਂ ਦੇ ਨਾਲ। ਹੁਣ ਅਗਰ ਆਪਾਂ ਗੱਲ ਕਰੀਏ, ਡਾਕਟਰ ਬੈਠ ਕੇ ਕਿੰਨੀਆਂ ਗੌਸਿਪਸ ਕਰ ਲੈਣ, ਅਗਰ ਉੱਥੇ ਇੰਜੀਨੀਅਰ ਜਾਂ ਟੀਚਰ ਬਹਿ ਜਾਏਗਾ ਤਾਂ ਉਹਦੇ ਨਾਲ ਉਹ ਇੰਨੀ ਕੈਪੇਬਿਲਿਟੀ ਦੇ ਨਾਲ ਗੱਲ ਨਹੀਂ ਕਰ ਪਾਣਗੇ। ਤਾਂ ਸਤਰੀਕਰਨ ਕੀ ਕਰਦਾ ਹੈ, ਇੰਟਰੈਕਸ਼ਨਸ ਨੂੰ ਸੀਮਿਤ ਕਰਦਾ, ਕਿਉਂਕਿ ਆਪਾਂ ਆਪਣੇ ਸਟੇਟਸ ਆਪਣੇ ਅਕੋਰਡਿੰਗ, ਜਿਹੜਾ ਆਪਣੇ ਕਲਾਸ ਦੇ ਅਕੋਰਡਿੰਗ, ਕਾਸਟ ਦੇ ਅਕੋਰਡਿੰਗ ਲੋਕਾਂ ਦੇ ਨਾਲ ਹੀ ਗੱਲ ਕਰਦੇ ਆ, ਸੀਮਿਤ ਸਾਡਾ ਸਰਕਲ ਹੋ ਜਾਂਦਾ। ਉਸ ਤੋਂ ਬਾਅਦ ਹੈ ਪੱਕੇ ਸਮੂਹ। ਪੱਕੇ ਸਮੂਹ ਪਰਮਾਨੈਂਟ ਗਰੁੱਪਸ ਉਹ ਗਰੁੱਪ ਨੇ ਸਤਰੀਕਰਨ ਦੇ ਵਿੱਚ ਕਿ ਜਿਸ ਵਿੱਚ ਸਮੂਹ ਤਾਂ ਨਿਸ਼ਚਿਤ ਹੁੰਦੇ ਨੇ ਪਰ ਵਿਅਕਤੀ ਬਦਲ ਜਾਂਦੇ ਆ। ਹੁਣ ਫੋਰ ਐਗਜ਼ਾਮਪਲ ਕੋਈ ਇਲਿਟਰੇਟ ਆ, ਅਨਪੜ੍ਹ ਆ, ਉਹ ਪੜ੍ਹ ਲਿਖ ਜਾਏਗਾ, ਪੜ੍ਹੇ ਲਿਖਿਆਂ 'ਚ ਸ਼ਾਮਿਲ ਹੋ ਗਿਆ, ਉਹ ਪੜ੍ਹਿਆ ਲਿਖਿਆ 'ਚ ਗਿਣਿਆ ਜਾ ਰਿਹਾ। ਲੇਕਿਨ ਇੱਦਾਂ ਤਾਂ ਹੈ ਨਹੀਂ ਕਿ ਫਿਰ ਸਮਾਜ ਵਿੱਚ ਅਨਪੜ੍ਹ ਮੁੱਕ ਜਾਣਗੇ, ਹੋਰ ਬਥੇਰੇ ਅਨਪੜ੍ਹ ਜੰਮ ਜਾਣਗੇ, ਹੋਰ ਬਥੇਰੇ ਅਨਪੜ੍ਹ ਲੋਕ ਹੋ ਜਾਣਗੇ। ਤਾਂ ਮਤਲਬ ਬਹੁਤ ਸਾਰੇ ਲੋਕ ਅਮੀਰ ਨੇ, ਬਹੁਤ ਸਾਰੇ ਲੋਕ ਗਰੀਬ ਨੇ, ਬਹੁਤ ਸਾਰੇ ਮੱਧ ਵਰਗ ਨੇ, ਤੇ ਇਹ ਚੀਜ਼ਾਂ ਰਹਿਣਗੀਆਂ ਹੀ ਰਹਿਣਗੀਆਂ। ਪੱਕੇ ਸਮੂਹ ਨੇ ਕਦੇ ਵੀ ਖਤਮ ਨਹੀਂ ਹੁੰਦੇ। ਰਿਚ, ਮਿਡਲ ਅਤੇ ਪੂਅਰ, ਇਹ 3 ਪੱਕੇ ਸਮੂਹ ਨੇ। ਬਹੁਤ ਸਾਰੇ ਲੋਕ ਰਿਚ ਕਲਾਸ 'ਚ ਆਉਂਦੇ ਨੇ, ਬਹੁਤ ਸਾਰੇ ਮਿਡਲ 'ਚ ਅਤੇ ਪੂਅਰ ਕਲਾਸ 'ਚ। ਤਾਂ ਮਤਲਬ ਸਟ੍ਰੈਟੀਫਿਕੇਸ਼ਨ ਪੱਕੇ ਸਮੂਹਾਂ ਦੇ ਵਿੱਚ ਵੀ ਪਾਈ ਜਾਂਦੀ ਹੈ। ਅੱਛਾ, ਤੇ ਨਾਲ ਜਿਹੜਾ ਸਤਰੀਕਰਨ ਅੰਤਰ ਕਿਰਿਆਵਾਂ ਨੂੰ ਵੀ ਸੀਮਿਤ ਕਰਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਸਤਰੀਕਰਨ 'ਚ ਪਾਈਆਂ ਜਾਂਦੀਆਂ ਕਿ ਪੱਕੇ ਸਮੂਹ ਹੁੰਦੇ ਨੇ, ਉੱਚਤਮ ਨਿਮਨਤਮ ਰੈਂਕ ਵਾਈਜ਼ ਆਰਡਰ ਡਿਸਟਰੀਬਿਊਸ਼ਨ ਹੁੰਦੀ ਹੈਗੀ ਹੈ, ਸਰਵ ਵਿਆਪਕ ਹੁੰਦਾ, ਸਮਾਜਿਕ ਹੁੰਦਾ। ਸੋ ਇਹ ਸਾਰੀਆਂ ਚੀਜ਼ਾਂ ਆਪਣੇ ਪੁਆਇੰਟਸ ਬਣਾ ਕੇ ਲਿਖਣੀਆਂ।
ਐਂਡ ਸਤਰੀਕਰਨ ਜਿਹੜਾ ਹੈ ਪ੍ਰਤੀਯੋਗਤਾ ਦੀ ਭਾਵਨਾ ਨੂੰ ਵਿਕਸਿਤ ਕਰਦਾ ਹੈ। ਹੁਣ ਫੋਰ ਐਗਜ਼ਾਮਪਲ ਅਸੀਂ ਸਾਰੇ ਇਨਇਕੁਐਲਿਟੀ ਦੇ ਸ਼ਿਕਾਰ ਆ, ਆਪਾਂ ਸਾਰੇ ਇਕੁਅਲ ਨਹੀਂ ਹੈਗੇ। ਆਪਾਂ ਚਾਹੁੰਦੇ ਆ ਨਾ ਕਿ ਆਪਾਂ ਜਿਹੜੀ ਸਥਿਤੀ ਦੇ ਉੱਤੇ ਅਮੀਰ ਵਰਗ ਆਪਾਂ ਸਾਰੇ ਤਕਰੀਬਨ ਮੋਸਟਲੀ ਜਿਹੜੇ ਇੰਡੀਆ ਦੇ ਲੋਕ ਨੇ ਉਹ ਮੱਧ ਵਰਗ 'ਚ, ਠੀਕ ਹੈ। ਆਪਾਂ ਚਾਹੁੰਦੇ ਹਾਂ ਕਿ ਆਪਾਂ ਅਪਰ ਕਲਾਸ 'ਚ ਜਾਈਏ, ਤਾਂ ਆਪਾਂ ਕੰਪੀਟੀਸ਼ਨ ਕਰਦੇ ਹਾਂ, ਆਪਣੀ ਸਥਿਤੀ ਨੂੰ ਹੋਰ ਉੱਚਾ ਕਰਨ ਲਈ ਬਹੁਤ ਜ਼ਿਆਦਾ ਮਿਹਨਤ ਕਰਦੇ ਹਾਂ ਤਾਂ ਕਿ ਵੱਧ ਤੋਂ ਵੱਧ ਅਸੀਂ ਸੋਸ਼ਲ ਸਟੇਟਸ ਪ੍ਰਤਿਸ਼ਠਾ ਪ੍ਰਾਪਤ ਕਰੀਏ। ਸਾਡੇ ਅੰਦਰ ਚੇਤਨਾ ਆਉਂਦੀ ਹੈ, ਸਾਡੇ ਅੰਦਰ ਕੰਪੀਟੀਸ਼ਨ ਦੀ ਭਾਵਨਾ ਆਉਂਦੀ ਹੈ। ਇਹ ਭਾਵਨਾ ਉਦੋਂ ਹੋਰ ਤੇਜ਼ ਹੋ ਜਾਂਦੀ ਹੈ ਜਦੋਂ ਅਸੀਂ ਆਪਣੇ ਤੋਂ ਉੱਚੀ ਸਥਿਤੀ ਵੱਲ ਨੂੰ ਦੇਖਦੇ ਹਾਂ। ਫੋਰ ਐਗਜ਼ਾਮਪਲ ਅਸੀਂ ਮਰੂਤੀ ਲਈਏ ਜਾਂ ਅਸੀਂ ਆਲਟੋ ਲਈਏ ਤਾਂ ਅਸੀਂ ਕਹਿੰਦੇ ਹਾਂ ਵੀ ਅਸੀਂ ਜਿਹੜੀ ਹੈਗੀ ਆ ਫੋਰਚੂਨਰ ਲੈਣੀ ਹੈ, ਇਨੋਵਾ ਲੈਣੀ ਹੈ ਜਾਂ ਅਸੀਂ ਥਾਰ ਲੈਣੀ ਹੈ, ਐਵੇਂ ਦੀਆਂ ਚੀਜ਼ਾਂ ਆਪਾਂ ਸੋਚਦੇ ਹਾਂ, ਓਬਵੀਅਸ ਹੈ ਸੋਚਦੇ ਹਾਂ, ਹੈ ਨਾ। ਤਾਂ ਅਸੀਂ ਜਿਹੜਾ ਹੈ ਕੰਪੀਟੀਸ਼ਨ ਦੀ ਭਾਵਨਾ ਨੂੰ ਇਹ ਚੀਜ਼ ਵਿਕਸਿਤ ਕਰਦੀ ਹੈ। ਸੋ ਸੋਸ਼ਲ ਸਰਟੀਫਿਕੇਸ਼ਨ ਦੇ ਵਿੱਚ ਜਿਹੜਾ ਹੈ ਸਮਾਜਿਕ ਸਤਰੀਕਰਨ ਦੇ ਵਿੱਚ ਪ੍ਰਤੀਯੋਗਤਾ ਦੀ ਭਾਵਨਾ ਜਿਹੜੀ ਹੈ ਵਿਕਸਿਤ ਕੀਤੀ ਜਾਂਦੀ ਹੈ ਤਾਂ ਕਿ ਅਸੀਂ ਆਪਣਾ ਸਟੇਟਸ ਹਾਈ ਰੱਖੀਏ, ਅਸੀਂ ਆਪਣੀ ਉੱਚੀ ਸਥਿਤੀ ਜਿਹੜੀ ਹੈਗੀ ਹੈ ਮਿਹਨਤ ਕਰਕੇ ਹੋਰ ਆਪਣੇ ਆਪ ਨੂੰ ਉੱਚਾ ਚੱਕੀਏ, ਲਗਨ ਸਾਡੀ ਜਿਹੜੀ ਹੈ ਵੱਧ ਜਾਂਦੀ ਹੈ ਅਤੇ ਅਸੀਂ ਸਮਾਜ ਨੂੰ ਅੱਗੇ ਵਧਣ 'ਚ ਅਸੀਂ ਵੀ ਸਹਾਇਤਾ ਕਰਦੇ ਹਾਂ ਅਤੇ ਆਪ ਵੀ ਜਿਹੜੇ ਹੈ ਸਮਾਜ 'ਚ ਅੱਗੇ ਵਧਦੇ ਹਾਂ। ਸਮਾਜਿਕ ਕੀਮਤਾਂ ਉੱਪਰ ਆਧਾਰਿਤ, ਹੁਣ ਜਿਹੜਾ ਸੋਸ਼ਲ ਸਟ੍ਰੈਟੀਫਿਕੇਸ਼ਨ ਹੈ ਸਮਾਜਿਕ ਵੈਲਿਊਜ਼ ਦੇ ਉੱਤੇ, ਸੋਸ਼ਲ ਵੈਲਿਊਜ਼ ਦੇ ਉੱਤੇ ਜਿਹੜਾ ਹੈ ਡਿਪੈਂਡ ਕਰਦਾ, ਬੇਸਿਸ ਉਹਦੇ ਉੱਤੇ ਹੈ ਬੇਸਡ। ਉਦਾਹਰਨ ਦੇ ਤੌਰ 'ਤੇ ਭਾਰਤੀ ਸਮਾਜਿਕ ਕੀਮਤਾਂ ਦੇ ਉੱਤੇ ਜਿਹੜਾ ਹੈ ਜਾਤੀ ਪ੍ਰਥਾ ਭਾਰਤ 'ਚ ਪਾਈ ਜਾਂਦੀ ਹੈ। ਮੈਂ ਹੁਣੇ ਪਿੱਛੇ ਵੀ ਕਹਿ ਕੇ ਹਟੀ ਹਾਂ ਕਿ ਭਾਰਤ ਵਿੱਚ ਜਿਹੜਾ ਸਟ੍ਰੈਟੀਫਿਕੇਸ਼ਨ ਹੈ ਬ੍ਰਾਹਮਣ, ਕਸ਼ਤਰੀਆ, ਵੈਸ਼ਯ ਅਤੇ ਸ਼ੂਦਰਾ ਦੇ ਉੱਤੇ ਹੈ। ਬ੍ਰਾਹਮਣ ਜਿਹੜੇ ਨੇ ਟੌਪ ਦੇ ਉੱਤੇ ਨੇ, ਕਸ਼ਤਰੀਆ ਅਤੇ ਵੈਸ਼ ਜਿਹੜੇ ਨੇ ਉਹ ਵਿੱਚੋਂ ਆਉਂਦੇ ਨੇ, ਸ਼ੂਦਰਾ ਜਿਹੜੇ ਨੇ ਵਿਚਾਰੇ ਬਿਲੋ ਲੈਵਲ ਨੇ, ਠੀਕ ਹੈ। ਹਾਲਾਂਕਿ ਇਹ ਆਪਣੀ ਸਥਿਤੀ ਨੂੰ ਸੁਧਾਰਨ ਲਈ ਬਹੁਤ ਕੋਸ਼ਿਸ਼ ਕਰ ਰਹੇ ਨੇ, ਲੇਕਿਨ ਫਿਰ ਵੀ ਇਹ ਜਿਹੜਾ ਸਟੈਟਾ ਹੈ ਆਪਣੇ ਪਾਇਆ ਜਾਂਦਾ ਹੈ। ਅਗਰ ਆਪਾਂ ਗੱਲ ਕਰੀਏ ਧਰਮ ਦੇ ਆਧਾਰ 'ਤੇ ਤਾਂ ਆਪਣੇ ਸਾਰੇ ਧਰਮ ਬਰਾਬਰ ਨੇ ਕਿਉਂਕਿ ਕੌਨਸਟੀਟਿਊਸ਼ਨ 'ਚ ਲਿਖਿਆ, ਲੇਕਿਨ ਅਗਰ ਅਸੀਂ ਪਾਕਿਸਤਾਨ ਦੀ ਗੱਲ ਕਰੀਏ ਤਾਂ ਉੱਥੇ ਜਿਹੜਾ ਹੈ ਧਰਮ ਦੇ ਅਕੋਰਡਿੰਗ ਸਤਰੀਕਰਨ ਹੈ। ਜਿਹੜੇ ਤਾਂ ਮੁਸਲਮਾਨ ਹੈ ਉਹਨਾਂ ਨੂੰ ਉੱਪਰ ਰੱਖਿਆ ਜਾਂਦਾ ਹੈ, ਜਿਹੜੇ ਹਿੰਦੂ ਸਿੱਖ ਨੇ ਉਹਨਾਂ ਨੂੰ ਨੀਚੇ ਵਾਲੇ ਲੈਵਲ 'ਤੇ ਰੱਖਿਆ ਜਾਂਦਾ ਹੈ। ਤਾਂ ਇਹ ਕੀਮਤਾਂ ਦੇ ਉੱਤੇ ਡਿਪੈਂਡ ਹੈ। ਸਾਰੇ ਸਮਾਜਾਂ 'ਚ ਐਸਾ ਕੁਝ ਨਹੀਂ ਪਾਇਆ ਜਾਂਦਾ ਹੈਗਾ, ਲੇਕਿਨ ਭਾਰਤ ਅਤੇ ਪਾਕਿਸਤਾਨ 'ਚ ਇਹ ਸਿਚੁਏਸ਼ਨ ਹੈ। ਤਾਂ ਉੱਪਰੋਂ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਭਾਰਤੀ ਸਮਾਜ ਦੇ ਵਿੱਚ ਸਤਰੀਕਰਨ ਜਿਹੜਾ ਹੈ ਵੱਖ-ਵੱਖ ਸਤਰਾਂ ਦੇ ਵਿੱਚ ਹੈ, ਸਰਵ ਵਿਆਪਕ ਸਮਾਜਿਕ ਪ੍ਰਕਿਰਿਆ ਹੈਗੀ ਹੈ ਅਤੇ ਸਮਾਜ ਨੂੰ ਵੱਖ-ਵੱਖ ਲੇਅਰਸ ਦੇ ਵਿੱਚ ਵੰਡਿਆ ਗਿਆ ਤਾਂ ਕਿ ਜੀਵਨ ਜਿਹੜਾ ਹੈ ਸਮਾਜਿਕ ਜੀਵਨ ਸੁਚਾਰੂ ਰੂਪ ਨਾਲ ਚੱਲੇ ਅਤੇ ਹਰੇਕ ਸਤਰ ਜਿਹੜਾ ਹੈ ਇੱਕ ਦੂਜੇ ਤੋਂ ਉੱਚਾ ਜਾਂ ਨੀਵਾਂ ਹੈ ਅਤੇ ਸਮਾਜ ਨੂੰ ਵਿਵਸਥਿਤ ਰੱਖਣ ਲਈ ਸਤਰੀਕਰਨ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਾਰੇ ਅਗਰ ਇਕੁਅਲ ਹੋ ਗਏ, ਠੀਕ ਹੈ, ਆਪਾਂ ਸਾਰੇ ਅਮੀਰ ਹੋ ਗਏ ਤਾਂ ਗਰੀਬ ਕੌਣ ਰਹੇਗਾ, ਕੰਮ ਕਿਸ ਤੋਂ ਕਰਾਵਾਂਗੇ। ਅਸੀਂ ਤਾਂ ਸਾਰੇ ਅਮੀਰ ਹਾਂ ਤਾਂ ਕੰਮ ਸਾਡੇ ਲਈ ਕੌਣ ਕਰੇਗਾ। ਅਗਰ ਅਸੀਂ ਸਾਰੇ ਗਰੀਬ ਹਾਂ ਤਾਂ ਕੰਮ ਕਿੱਥੇ ਕਰਾਂਗੇ, ਠੀਕ ਹੈ। ਤੇ ਨਾਲ ਕਿਸ ਲਈ ਕੰਮ ਕਰਾਂਗੇ ਕਿਉਂਕਿ ਅਸੀਂ ਅਰਨਿੰਗ ਤਾਂ ਕਰਨੀ ਹੈ। ਅਗਰ ਸਾਰੇ ਗਰੀਬ ਹੈ ਤਾਂ ਫਿਰ ਠੀਕ ਹੈ ਫਰਮ ਕੌਣ ਲਗਾਏਗਾ, ਫਰਮ ਤਾਂ ਅਮੀਰ ਲੋਕ ਲਗਾਉਣਗੇ। ਤਾਂ ਆਪਾਂ ਸਾਰੇ ਇੱਕ ਦੂਜੇ 'ਤੇ ਡਿਪੈਂਡ ਆ। ਫੋਰ ਐਗਜ਼ਾਮਪਲ ਸਟ੍ਰੈਟੀਫਿਕੇਸ਼ਨ ਦੀ ਇੱਕ ਹੋਰ ਵੀ ਐਗਜ਼ਾਮਪਲ ਹੈ, ਅਗਰ ਸਾਰੇ ਲੜਕੇ ਹੀ ਲੜਕੇ ਹੋ ਰਹੇ ਹਨ ਤਾਂ ਲੜਕੀਆਂ ਕਿੱਥੋਂ ਹੋਣਗੀਆਂ, ਲੜਕੀਆਂ ਹੈ ਨਹੀਂ ਤਾਂ ਪ੍ਰੋਡਕਸ਼ਨ ਕਿੱਦਾਂ ਹੋਊਗੀ, ਅੱਗੇ ਫੈਮਿਲੀ ਕਿੱਦਾਂ ਵਧੂਗੀ। ਸੋ ਇਸ ਕਰਕੇ ਜਿਹੜਾ ਹੈ ਸਟ੍ਰੈਟੀਫਿਕੇਸ਼ਨ ਜੈਂਡਰ ਬਿਹਾਫ, ਸੈਕਸ ਬਿਹਾਫ ਤੇ ਜੈਂਡਰ ਬਿਹਾਫ ਤੇ ਵੀ ਪਾਇਆ ਜਾਂਦਾ ਹੈ, ਠੀਕ ਹੈ। ਸੋ ਇਹ ਸੀ ਅੱਜ ਦਾ ਵੀਡੀਓ। ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਨਾਲ ਅੱਛਾ ਜਿਹਾ ਕੰਟੈਂਟ ਲੈ ਕੇ। ਥੈਂਕ ਯੂ ਸੋ ਮਚ।